ਸਤਿ ਸ਼੍ਰੀ ਅਕਾਲ ਜੀ। ਮੇਰਾ ਪਤੀ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਸੀ। ਜਦੋਂ ਉਹਨੂੰ ਪਤਾ ਚੱਲਿਆ ਕਿ ਮੈਂ ਬੇਟਾ ਪੈਦਾ ਕਰਨ ਵਾਲੀ ਹਾਂ, ਪਰ ਇੱਕ ਦਿਨ ਮੇਰੀ ਜਠਾਣੀ ਮੈਨੂੰ ਕਹਿਣ ਲੱਗੀ ਕਿ ਤੇਰਾ ਪਤੀ ਤੇਰੇ ਤੇ ਬਹੁਤ ਜ਼ੁਲਮ ਕਰਦਾ ਆ। ਪਰ ਮੈਂ ਕਿਹਾ ਮੇਰਾ ਪਤੀ ਮੇਰੀ ਬਹੁਤ ਦੇਖਭਾਲ ਕਰਦਾ ਆ, ਜਦੋਂ ਤੱਕ ਮੈਂ ਸੌਂ ਨਾ ਜਾਵਾਂ ਉਹ ਨਹੀਂ ਸੌਂਦੇ। ਤਾਂ ਉਹ ਕਹਿਣ ਲੱਗੀ ਕਿ ਅੱਜ ਰਾਤ ਸੌਵੀਂ ਨਾ। ਮੈਂ ਉਸ ਦੀ ਗੱਲ ਮੰਨ ਕੇ ਰਾਤ ਨੂੰ ਸੌਣ ਦਾ ਨਾਟਕ ਕਰਨ ਲੱਗੀ। ਪਰ ਥੋੜੀ ਦੇਰ ਬਾਅਦ ਜੋ ਮੈਂ ਵੇਖਿਆ ਉਹ ਵੇਖ ਕੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ, ਕਿਉਂਕਿ ਮੇਰਾ ਨਾਮ ਰਮਨ ਹੈ। ਮੈਂ ਇੱਕ ਨਰਸ ਸੀ। ਮੇਰੀ ਉਮਰ 25 ਸਾਲ ਹੈ ਤੇ ਮੈਂ ਇੱਕ ਖਾਂਦੇ ਪੀਂਦੇ ਚੰਗੇ ਘਰਾਣੇ ਨਾਲ ਸੰਬੰਧ ਰੱਖਦੀ ਸੀ। ਮੈਂ ਆਪਣੇ ਘਰ ਵਿੱਚ ਕਦੇ ਪੈਸਿਆਂ ਦੀ ਕਮੀ ਨਹੀਂ ਵੇਖੀ ਸੀ। ਮੇਰੀ ਜ਼ਿੰਦਗੀ ਵਧੀਆ ਗੁਜ਼ਰ ਰਹੀ ਸੀ ਕਿਉਂਕਿ ਮੇਰੀ ਤਨਖਾਹ ਵੀ ਵਧੀਆ ਸੀ। ਦੂਜਾ, ਮੈਂ ਕਿਸੇ ਗਰੀਬ ਇਨਸਾਨ ਦੀ ਸੇਵਾ ਵੀ ਕਰ ਪਾਉਂਦੀ ਸੀ। ਪਾਪਾ ਚਾਹੁੰਦੇ ਸਨ ਕਿ ਹੁਣ ਮੇਰਾ ਵਿਆਹ ਹੋ ਜਾਵੇ। ਮੈਨੂੰ ਵੀ ਇਸ ਫੈਸਲੇ ਤੇ ਕੋਈ ਇਤਰਾਜ਼ ਨਹੀਂ ਸੀ। ਪਾਪਾ ਨੇ ਮੇਰੇ ਲਈ ਮੁੰਡਾ ਪਸੰਦ ਕਰ ਲਿਆ ਸੀ। ਜਿਸ ਦਿਨ ਮੇਰੀ ਮੰਗਣੀ ਸੀ, ਮੈਂ ਬੜੀ ਤੇਜ਼ੀ ਨਾਲ ਘਰ ਜਾਣ ਲਈ ਗੱਡੀ ਚਲਾ ਰਹੀ ਸੀ। ਅਚਾਨਕ ਇੱਕ ਔਰਤ ਮੇਰੀ ਗੱਡੀ ਦੇ ਸਾਹਮਣੇ ਆ ਗਈ। ਉਸ ਦੀ ਗੱਡੀ ਨਾਲ ਟੱਕਰ ਹੋ ਗਈ। ਮੈਂ ਘਬਰਾ ਕੇ ਬਾਹਰ ਨਿਕਲੀ ਤਾਂ ਉਸ ਦੀ ਲੱਤ ਤੇ ਸੱਟ ਲੱਗੀ ਹੋਈ ਸੀ। ਮੈਂ ਉਸ ਨੂੰ ਨੇੜੇ ਦੇ ਕਲੀਨਿਕ ਤੇ ਲੈ ਗਈ। ਉਸ ਦੀ ਮਲਮ ਪੱਟੀ ਕਰਵਾਈ ਤੇ ਮੈਂ ਫਿਰ ਘਰ ਆ ਗਈ। ਉਸ ਨੂੰ ਕਿਹਾ ਕਿ ਅਗਲੇ ਦਿਨ ਹਸਪਤਾਲ ਆ ਜਾਵੀਂ। ਮੇਰੀ ਮੰਗਣੀ ਹੋ ਗਈ। ਮੇਰਾ ਹੋਣ ਵਾਲਾ ਪਤੀ ਬਹੁਤ ਸ਼ਰੀਫ ਲੱਗ ਰਿਹਾ ਸੀ। ਉਹ ਮੇਰੇ ਪਾਪਾ ਦੀ ਪਸੰਦ ਸੀ। ਮੇਰਾ ਵਿਆਹ ਵੀ ਤੈਅ ਹੋ ਗਿਆ ਸੀ। ਅਗਲੇ ਦਿਨ ਉਹ ਔਰਤ ਮੇਰੇ ਕੋਲ ਹਸਪਤਾਲ ਆ ਗਈ। ਮੈਂ ਉਸ ਦਾ ਹਾਲ ਚਾਲ ਪੁੱਛਿਆ, ਉਸ ਨੂੰ ਦਵਾਈ ਦਿੱਤੀ। ਅਗਲੇ ਕੁਝ ਦਿਨਾਂ ਤੱਕ ਉਹ ਉੱਥੇ ਆਉਂਦੀ ਰਹੀ। ਮੇਰੀ ਉਸ ਨਾਲ ਚੰਗੀ ਜਾਣ ਪਛਾਣ ਹੋ ਗਈ। ਫਿਰ ਉਸਨੇ ਆਉਣਾ ਛੱਡ ਦਿੱਤਾ। ਮੈਂ ਵੀ ਆਪਣੀ ਜ਼ਿੰਦਗੀ ਵਿੱਚ ਬਿਜੀ ਹੋ ਗਈ। ਵਿਆਹ ਤੋਂ ਪਹਿਲਾਂ ਮੇਰੀ 2-3 ਵਾਰ ਆਪਣੇ ਮੰਗੇਤਰ ਨਾਲ ਮੁਲਾਕਾਤ ਹੋਈ। ਉਹ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਹੀ ਚੰਗਾ ਲੱਗ ਰਿਹਾ ਸੀ, ਜਾਂ ਫਿਰ ਚੰਗਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਸਮਝ ਨਹੀਂ ਪਾ ਰਹੀ ਸੀ। ਘਰ ਆ ਕੇ ਜਦੋਂ ਮੈਂ ਆਪਣੀ ਮਾਂ ਨੂੰ ਇਹ ਸਭ ਕੁਝ ਦੱਸਿਆ ਤਾਂ ਉਹ ਕਹਿਣ ਲੱਗੀ ਕਿ ਤੂੰ ਬੇਕਾਰ ਹੀ ਉਸ ਤੇ ਸ਼ੱਕ ਕਰ ਰਹੀ ਆਂ। ਉਸ ਦਾ ਪੂਰਾ ਖਾਨਦਾਨ ਬਹੁਤ ਚੰਗਾ ਤੇ ਸ਼ਰੀਫ ਹੈ। ਮੈਂ ਵੀ ਮਾਂ ਦੀ ਗੱਲ ਮੰਨ ਕੇ ਸਭ ਕੁਝ ਹਾਲਾਤ ਤੇ ਛੱਡ ਦਿੱਤਾ। ਸੋਚਿਆ ਕਿ ਮੇਰੇ ਮਾਤਾ ਪਿਤਾ ਨੇ ਮੇਰੇ ਲਈ ਕੁਝ ਚੰਗਾ ਹੀ ਸੋਚਿਆ ਹੋਵੇਗਾ। ਦੇਖਦੇ ਹੀ ਦੇਖਦੇ ਮੇਰੇ ਵਿਆਹ ਦਾ ਦਿਨ ਵੀ ਆ ਗਿਆ। ਮੈਂ ਵਿਆਹ ਕਰਕੇ ਆਪਣੇ ਸਹੁਰੇ ਆਈ ਤਾਂ ਮੇਰੇ ਸਵਾਗਤ ਨੂੰ ਸਾਹਮਣੇ ਜੋ ਕੁੜੀ ਖੜੀ ਸੀ, ਉਸ ਨੂੰ ਵੇਖ ਕੇ ਮੈਂ ਹੈਰਾਨ ਰਹਿ ਗਈ। ਇਹ ਤਾਂ ਉਹੀ ਕੁੜੀ ਰਿੰਪੀ ਸੀ ਜੋ ਮੇਰੀ ਗੱਡੀ ਨਾਲ ਟਕਰਾਈ ਸੀ। ਮੈਂ ਉਸ ਨੂੰ ਪੁੱਛਿਆ ਕਿ ਤੂੰ ਇੱਥੇ? ਉਹ ਕਹਿਣ ਲੱਗੀ ਕਿ ਮੈਂ ਵੀ ਤੁਹਾਨੂੰ ਵੀ ਇੱਥੇ ਵੇਖ ਕੇ ਬਹੁਤ ਹੈਰਾਨ ਹਾਂ। ਮੈਂ ਤੁਹਾਡੀ ਜਠਾਣੀ ਹਾਂ। ਮੈਂ ਉਸ ਦੀ ਗੱਲ ਸੁਣ ਕੇ ਚੌਂਕ ਗਈ। ਮੇਰੀ ਜਠਾਣੀ ਤਾਂ ਕੋਈ ਹੋਰ ਸੀ ਜੋ ਵਿਆਹ ਵਿੱਚ ਮੇਰੇ ਜੇਠ ਨਾਲ ਫਿਰ ਰਹੀ ਸੀ। ਫਿਰ ਇਹ ਕੁੜੀ ਕੌਣ ਸੀ ਜੋ ਆਪਣੇ ਆਪ ਨੂੰ ਮੇਰੀ ਜਠਾਣੀ ਕਹਿ ਰਹੀ ਸੀ? ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਇਸ ਤੋਂ ਪਹਿਲਾਂ ਮੈਂ ਉਸ ਨੂੰ ਕੁਝ ਹੋਰ ਪੁੱਛਦੀ, ਮੇਰੀ ਸੱਸ ਕਹਿਣ ਲੱਗੀ ਕਿ ਗੱਲਾਂ ਤਾਂ ਹੁੰਦੀਆਂ ਰਹਿਣਗੀਆਂ, ਪਹਿਲਾਂ ਰਸਮਾਂ ਪੂਰੀਆਂ ਕਰ ਲਵੋ। ਮੈਨੂੰ ਕਮਰੇ ਅੰਦਰ ਲਿਜਾਇਆ ਗਿਆ। ਇਸ ਘਰ ਵਿੱਚ ਜੋ ਕੁਝ ਹੋ ਰਿਹਾ ਸੀ ਉਹ ਬਹੁਤ ਹੈਰਾਨ ਕਰਨ ਵਾਲਾ ਸੀ। ਪਹਿਲਾਂ ਤਾਂ ਮੈਨੂੰ ਇਹ ਅਜੀਬ ਲੱਗ ਰਿਹਾ ਸੀ ਕਿ ਵੱਡੇ ਭਰਾ ਤੋਂ ਪਹਿਲਾਂ ਛੋਟੇ ਦਾ ਵਿਆਹ ਹੋ ਗਿਆ। ਹੁਣ ਪਤਾ ਚੱਲਦਾ ਹੈ ਕਿ ਮੇਰੇ ਜੇਠ ਦੀਆਂ 2 ਪਤਨੀਆਂ ਹਨ। ਇਹ ਗੱਲ ਮੇਰੀ ਸੱਸ ਨੇ ਛੁਪਾ ਕੇ ਰੱਖੀ ਸੀ। ਕੁਝ ਦੇਰ ਬਾਅਦ ਮੇਰਾ ਪਤੀ ਸੰਦੀਪ ਮੇਰੇ ਕਮਰੇ ਵਿੱਚ ਆਇਆ। ਉਹ ਬਹੁਤ ਤਮੀਜ਼ ਨਾਲ ਮੇਰੇ ਕੋਲ ਬੈਠਿਆ। ਮੈਂ ਵੇਖ ਕੇ ਖੁਸ਼ ਹੋਈ ਕਿ ਚਲੋ ਮੇਰਾ ਪਤੀ ਤੇ ਸ਼ਰੀਫ ਆਦਮੀ ਆ। ਮੈਂ ਉਹਨਾਂ ਨੂੰ ਰਿੰਪੀ ਬਾਰੇ ਸਵਾਲ ਕੀਤਾ। ਸੰਦੀਪ ਨੇ ਕਿਹਾ ਕਿ ਉਹ ਮੇਰੇ ਭਰਾ ਦੀ ਪਹਿਲੀ ਪਤਨੀ ਆ। ਮੈਂ ਹੈਰਾਨੀ ਨਾਲ ਕਿਹਾ ਕਿ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜੀ ਪਤਨੀ ਦੀ ਕੀ ਜ਼ਰੂਰਤ ਪੈ ਗਈ ਸੀ? ਤੁਹਾਡੇ ਭਰਾ ਨੂੰ? ਰਿੰਪੀ ਦਾ ਭੋਲਾ ਭਾਲਾ ਚਿਹਰਾ ਮੇਰੀਆਂ ਅੱਖਾਂ ਸਾਹਮਣੇ ਘੁੰਮ ਰਿਹਾ ਸੀ। ਜਿਸ ਨਾਲ ਇੰਨਾ ਗਲਤ ਹੋਇਆ, ਮੇਰਾ ਪਤੀ ਕੁਝ ਮਹੀਨੇ ਬਾਅਦ ਹੀ ਵਿਦੇਸ਼ ਤੋਂ ਆਇਆ ਸੀ। ਮੈਂ ਬਹੁਤ ਸਾਰੇ ਸਵਾਲਾਂ ਵਿੱਚ ਉਲਝ ਗਈ ਸੀ। ਮੇਰੀ ਸੱਸ ਤੇ ਜਠਾਣੀ ਜ਼ਿਆਦਾਤਰ ਰਿੰਪੀ ਤੇ ਜ਼ੁਲਮ ਕਰਦੀਆਂ ਸਨ। ਮੈਨੂੰ ਬਹੁਤ ਗੁੱਸਾ ਆਉਂਦਾ ਸੀ। ਉਹ ਵਿਚਾਰੀ ਸਵੇਰੇ ਉੱਠ ਕੇ ਘਰ ਦੇ ਕੰਮ ਕਰਨੇ ਸ਼ੁਰੂ ਕਰ ਦਿੰਦੀ ਸੀ, ਪਰ ਫਿਰ ਵੀ ਉਸ ਨਾਲ ਕੋਈ ਸਿੱਧੇ ਮੂੰਹ ਗੱਲ ਨਹੀਂ ਕਰਦਾ ਸੀ। ਵਿਚਾਰੀ ਬਹੁਤ ਸਿੱਧੀ ਸਾਦੀ ਸੀ।
ਕਿਸੇ ਦੇ ਸਾਹਮਣੇ ਆਪਣੀ ਜ਼ੁਬਾਨ ਨਹੀਂ ਖੋਲਦੀ ਸੀ, ਪਰ ਉਸ ਦਾ ਪਤੀ ਵੀ ਉਸ ਨੂੰ ਕੁਝ ਨਹੀਂ ਸਮਝਦਾ ਸੀ। ਮੈਂ ਰਿੰਪੀ ਤੋਂ ਪੁੱਛਿਆ ਕਿ ਇਹ ਸਭ ਕੁਝ ਕੀ ਹੈ। ਉਹ ਰੋਂਦੇ ਹੋਏ ਕਹਿਣ ਲੱਗੀ ਕਿ ਮੈਂ ਰਵੀ ਦੀ ਬਚਪਨ ਦੀ ਮੰਗੇਤਰ ਸੀ, ਪਰ ਉਹ ਕਿਸੇ ਹੋਰ ਨੂੰ ਪਸੰਦ ਕਰਨ ਲੱਗੇ, ਇਸ ਲਈ ਮੇਰੇ ਨਾਲ ਵਿਆਹ ਤੋਂ ਮਨਾ ਕਰ ਦਿੱਤਾ। ਮੈਂ ਯਤੀਮ ਸੀ, ਸਿਰਫ ਦਾਦੀ ਕਰਕੇ ਮੇਰਾ ਵਿਆਹ ਜ਼ਬਰਦਸਤੀ ਰਵੀ ਨਾਲ ਕਰਵਾ ਦਿੱਤਾ, ਪਰ ਰਵੀ ਤੇ ਉਹਨਾਂ ਦੀ ਮਾਂ ਨੇ ਮੈਨੂੰ ਕਦੇ ਨਹੀਂ ਅਪਣਾਇਆ। ਦਾਦੀ ਦੀ ਮੌਤ ਤੋਂ ਬਾਅਦ ਰਵੀ ਨੇ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰਵਾ ਲਿਆ। ਮੈਂ ਇਸ ਘਰ ਵਿੱਚ ਨੌਕਰਾਨੀ ਬਣ ਕੇ ਰਹਿ ਗਈ ਹਾਂ। ਮੈਨੂੰ ਤਾਂ ਹੁਣ ਇਹਨਾਂ ਸਭ ਦੀ ਆਦਤ ਹੋ ਗਈ ਹੈ। ਰਿੰਪੀ ਦੀ ਕਹਾਣੀ ਸੁਣ ਕੇ ਮੈਨੂੰ ਉਸ ਨਾਲ ਜ਼ਿਆਦਾ ਹਮਦਰਦੀ ਹੋਣ ਲੱਗੀ। ਹੁਣ ਮੇਰੀ ਉਸ ਨਾਲ ਚੰਗੀ ਦੋਸਤੀ ਹੋ ਗਈ ਸੀ, ਪਰ ਮੇਰੀ ਸੱਸ ਤੇ ਜਠਾਣੀ ਨੂੰ ਇਹ ਗੱਲ ਪਸੰਦ ਨਹੀਂ ਸੀ, ਪਰ ਮੈਨੂੰ ਕੋਈ ਪਰਵਾਹ ਨਹੀਂ ਸੀ। ਜਦੋਂ ਮੈਂ ਕੰਮ ਤੋਂ ਥੱਕ ਹਾਰ ਜਾਂਦੀ, ਆਪਣੇ ਕਮਰੇ ਵਿੱਚ ਵਾਪਸ ਆਉਂਦੀ ਤਾਂ ਉਹ ਮੇਰੇ ਲਈ ਖਾਣਾ ਲੈ ਕੇ ਆਉਂਦੀ। ਮੇਰੇ ਕਮਰੇ ਦੀ ਸਫਾਈ ਵੀ ਉਹੀ ਕਰਦੀ ਸੀ। ਮੈਂ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ, ਪਰ ਕੁਝ ਦਿਨਾਂ ਬਾਅਦ ਮੇਰੇ ਪਤੀ ਦਾ ਰਵੱਈਆ ਪਤਾ ਨਹੀਂ ਕਿਉਂ ਬਦਲਣ ਲੱਗਾ। ਪਤਾ ਨਹੀਂ ਕੀ ਮਸਲਾ ਸੀ। ਛੋਟੀ ਛੋਟੀ ਗੱਲ ਤੇ ਮੇਰੇ ਨਾਲ ਲੜਨ ਲੱਗਦੇ। ਇੱਕ ਵਾਰ ਮੇਰੇ ਭਰਾ ਦਾ ਦੋਸਤ ਮੈਨੂੰ ਛੱਡਣ ਆਇਆ ਸੀ। ਇਹ ਗੱਲ ਮੇਰੇ ਪਤੀ ਨੂੰ ਪਤਾ ਚੱਲ ਗਈ ਤਾਂ ਉਹ ਮੇਰੇ ਤੇ ਸ਼ੱਕ ਕਰਨ ਲੱਗਿਆ। ਮੈਂ ਸਮਝ ਨਹੀਂ ਪਾ ਰਹੀ ਸੀ ਕਿ ਮੇਰਾ ਪਤੀ ਮੇਰੇ ਨਾਲ ਅਜਿਹਾ ਕਿਉਂ ਕਰ ਰਿਹਾ ਆ। ਰਿੰਪੀ ਨੇ ਮੈਨੂੰ ਦੱਸਿਆ ਕਿ ਮੇਰੀ ਸੱਸ ਹੀ ਮੇਰੇ ਪਤੀ ਨੂੰ ਮੇਰੇ ਖਿਲਾਫ ਭੜਕਾ ਰਹੀ ਆ, ਪਰ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ, ਕਿਉਂਕਿ ਹਜੇ ਤੱਕ ਮੇਰੀ ਸੱਸ ਨੇ ਮੇਰੇ ਨਾਲ ਕੁਝ ਵੀ ਗਲਤ ਨਹੀਂ ਕੀਤਾ ਸੀ। ਇਨ੍ਹਾਂ ਦਿਨਾਂ ਵਿੱਚ ਹੀ ਪਤਾ ਚੱਲਿਆ ਕਿ ਮੈਂ ਪ੍ਰੈਗਨੈਂਟ ਹਾਂ। ਮੇਰੀ ਸੱਸ ਨੇ ਮੈਨੂੰ ਗਲੇ ਲਗਾਇਆ, ਕਿਉਂਕਿ ਮੈਂ ਉਹਨਾਂ ਦੇ ਖਾਨਦਾਨ ਦਾ ਪਹਿਲਾ ਵਾਰਿਸ ਦੇਣ ਵਾਲੀ ਸੀ, ਪਰ ਉਹ ਮੈਨੂੰ ਹਮੇਸ਼ਾ ਕਹਿੰਦੀ ਕਿ ਰਿੰਪੀ ਤੋਂ ਦੂਰ ਰਿਹਾ ਕਰ, ਕਿਉਂਕਿ ਉਹ ਚੰਗੀ ਕੁੜੀ ਨਹੀਂ ਆ। ਉਹੀ ਸੰਦੀਪ ਨੂੰ ਤੇਰੇ ਖਿਲਾਫ ਭੜਕਾਉਂਦੀ ਆ। ਮੈਂ ਤਾਂ ਸੋਚ ਵਿੱਚ ਪੈ ਗਈ ਕਿ ਕੌਣ ਸੱਚ ਬੋਲ ਰਿਹਾ ਤੇ ਕੌਣ ਝੂਠ, ਪਰ ਮੈਨੂੰ ਫਿਰ ਵੀ ਰਿੰਪੀ ਤੇ ਯਕੀਨ ਸੀ। ਉਹ ਤਾਂ ਸਿੱਧੀ ਸਾਦੀ ਤੇ ਭੋਲੀ ਜਿਹੀ ਕੁੜੀ ਸੀ। ਉਸ ਦੇ ਰੂਪ ਵਿੱਚ ਮੈਨੂੰ ਚੰਗੀ ਦੋਸਤ ਮਿਲ ਗਈ ਸੀ। ਮੇਰੇ ਪਤੀ ਵੀ ਮੇਰੀ ਪ੍ਰੈਗਨੈਂਸੀ ਨੂੰ ਲੈ ਕੇ ਬਹੁਤ ਖੁਸ਼ ਸਨ। ਉਹ ਰੋਜ਼ ਮੇਰੇ ਲਈ ਕੋਈ ਗਿਫਟ ਲੈ ਕੇ ਆਉਂਦੇ। ਉਹਨਾਂ ਨੇ ਆਪਣੇ ਵਿਹਾਰ ਲਈ ਮੈਥੋਂ ਮਾਫੀ ਮੰਗੀ। ਮੈਂ ਵੀ ਉਹਨਾਂ ਨੂੰ ਮਾਫ ਕਰ ਦਿੱਤਾ, ਪਰ ਮੈਂ ਇਹ ਪਤਾ ਜ਼ਰੂਰ ਕਰਨਾ ਚਾਹੁੰਦੀ ਸੀ ਕਿ ਮੇਰੇ ਪਤੀ ਨੂੰ ਮੇਰੇ ਖਿਲਾਫ ਕਿਸ ਨੇ ਭੜਕਾਇਆ ਸੀ। ਸੰਦੀਪ ਮੇਰੀ ਬਹੁਤ ਦੇਖਭਾਲ ਕਰਦੇ। ਉਹ ਰੋਜ਼ ਮੇਰੇ ਲਈ ਕੁਝ ਖਾਣ ਨੂੰ ਲੈ ਕੇ ਆਉਂਦੇ ਸਨ। ਇਸ ਖੁਸ਼ਖਬਰੀ ਨਾਲ ਘਰ ਦਾ ਮਾਹੌਲ ਵੀ ਚੰਗਾ ਹੋ ਗਿਆ ਸੀ, ਪਰ ਮੈਂ ਨੋਟਿਸ ਕਰ ਰਹੀ ਸੀ ਕਿ ਕੁਝ ਦਿਨਾਂ ਤੋਂ ਰਿੰਪੀ ਪਰੇਸ਼ਾਨ ਰਹਿਣ ਲੱਗੀ ਸੀ। ਮੈਂ ਉਸ ਤੇ ਸ਼ੱਕ ਕਰਨ ਲੱਗੀ ਕਿ ਕਿਤੇ ਮੇਰੀ ਸੱਸ ਠੀਕ ਤਾਂ ਨਹੀਂ ਕਹਿ ਰਹੀ ਸੀ। ਹੁਣ ਮੈਂ ਰਿੰਪੀ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਕਿ ਕਿਤੇ ਮੇਰੇ ਖਿਲਾਫ ਉਹ ਕੋਈ ਸਾਜ਼ਿਸ਼ ਤਾਂ ਨਹੀਂ ਕਰ ਰਹੀ, ਪਰ ਅਜਿਹਾ ਕੁਝ ਮੈਨੂੰ ਲੱਗਿਆ ਨਹੀਂ। ਇੱਕ ਦਿਨ ਮੈਂ ਰਿੰਪੀ ਨੂੰ ਪੁੱਛ ਹੀ ਲਿਆ ਕਿ ਕੀ ਗੱਲ ਹੈ, ਤੂੰ ਇੰਨੀ ਪਰੇਸ਼ਾਨ ਕਿਉਂ ਆ। ਉਹ ਕਹਿਣ ਲੱਗੀ ਕਿ ਮੈਂ ਆਪਣੇ ਲਈ ਨਹੀਂ ਸਗੋਂ ਤੁਹਾਡੇ ਲਈ ਪਰੇਸ਼ਾਨ ਹਾਂ। ਉਸ ਦੀ ਗੱਲ ਸੁਣ ਕੇ ਮੈਂ ਚੌਂਕ ਗਈ ਕਿ ਉਹ ਮੇਰੇ ਲਈ ਪਰੇਸ਼ਾਨ ਕਿਉਂ ਆ। ਉਹ ਕਹਿਣ ਲੱਗੀ ਛੱਡੋ, ਤੁਸੀਂ ਕਿਹੜਾ ਮੇਰੇ ਗੱਲ ਤੇ ਯਕੀਨ ਕਰਨਾ ਆ। ਇਹ ਕਹਿ ਕੇ ਉੱਥੋਂ ਚਲੀ ਗਈ। ਮੈਂ ਸੋਚਦੀ ਹੀ ਰਹਿ ਗਈ ਕਿ ਗੱਲ ਕੀ ਆ, ਇਹ ਇੰਨੀ ਸੀਰੀਅਸ ਹੋ ਕੇ ਗੱਲ ਕਿਉਂ ਕਰ ਰਹੀ ਆ। ਇਸੇ ਦੌਰਾਨ ਮੇਰੇ ਨਾਲ ਅਜੀਬੋ-ਗਰੀਬ ਹਾਦਸਾ ਹੋਇਆ। ਮੇਰੇ ਪੇਟ ਵਿੱਚ ਦਰਦ ਹੋਣ ਲੱਗਿਆ। ਮੇਰੀ ਹਾਲਤ ਬਹੁਤ ਗੰਭੀਰ ਹੋ ਗਈ। ਉਹ ਤਾਂ ਰੱਬ ਦਾ ਸ਼ੁਕਰ ਹੈ ਕਿ ਉਸ ਦਿਨ ਮੈਂ ਹਸਪਤਾਲ ਵਿੱਚ ਹੀ ਸੀ। ਡਾਕਟਰ ਕਹਿਣ ਲੱਗੇ ਕਿ ਤੂੰ ਕੁਝ ਗਲਤ ਖਾ ਲਿਆ ਆ, ਜਿਸ ਦੀ ਵਜ੍ਹਾ ਕਰਕੇ ਮੇਰਾ ਗਰਭਵਾਤ ਹੁੰਦਾ ਬਚਿਆ ਸੀ। ਇਹ ਸੁਣਦੇ ਹੀ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸ ਗਈ। ਮੈਂ ਤਾਂ ਉਹੀ ਕੁਝ ਖਾ ਰਹੀ ਸੀ ਜੋ ਮੇਰਾ ਪਤੀ ਜਾਂ ਰਿੰਪੀ ਜਾਂ ਫਿਰ ਮੇਰੀ ਸੱਸ ਮੈਨੂੰ ਦਿੰਦੇ ਸਨ। ਇਹਨਾਂ ਤਿੰਨਾਂ ਤੇ ਤਾਂ ਮੈਂ ਸ਼ੱਕ ਕਰਨ ਬਾਰੇ ਸੋਚ ਵੀ ਨਹੀਂ ਸਕਦੀ ਕਿ ਮੇਰੀ ਸੱਸ ਤਾਂ ਮੇਰੀ ਪ੍ਰੈਗਨੈਂਸੀ ਨੂੰ ਬਾਰੇ ਸੁਣ ਕੇ ਬਹੁਤ ਖੁਸ਼ ਸੀ। ਉਦੋਂ ਤੋਂ ਉਹ ਮੇਰਾ ਬਹੁਤ ਖਿਆਲ ਰੱਖਦੀ ਸੀ। ਉਹ ਮੇਰੇ ਬਾਰੇ ਕੁਝ ਗਲਤ ਕਿਵੇਂ ਸੋਚ ਸਕਦੀ ਆ। ਜੇਠ ਜਠਾਣੀ ਵੀ ਆਪਣੇ ਕੰਮਾਂ ਵਿੱਚ ਵਿਅਸਤ ਰਹਿੰਦੇ ਹਨ, ਉਹ ਵੀ ਅਜਿਹਾ ਨਹੀਂ ਕਰ ਸਕਦੇ। ਕਿਸ ਨੇ ਮੇਰੇ ਨਾਲ ਅਜਿਹੀ ਹਰਕਤ ਕੀਤੀ, ਸੋਚ ਕੇ ਮੇਰਾ ਦਿਮਾਗ ਖਰਾਬ ਹੋਣ ਲੱਗਿਆ। ਫਿਰ ਮੈਂ ਸੋਚਿਆ ਕਿ ਰਿੰਪੀ ਮੇਰੇ ਲਈ ਪਰੇਸ਼ਾਨ ਸੀ,
ਸ਼ਾਇਦ ਉਹ ਕੁਝ ਇਸ ਬਾਰੇ ਜਾਣਦੀ ਹੋਵੇ। ਉਹ ਮੈਨੂੰ ਅਕਸਰ ਕਹਿੰਦੀ ਸੀ ਕਿ ਤੁਸੀਂ ਆਪਣਾ ਖਿਆਲ ਰੱਖਿਆ ਕਰੋ। ਮੈਂ ਉਸ ਦੀਆਂ ਗੱਲਾਂ ਨੂੰ ਸੀਰੀਅਸ ਨਹੀਂ ਲਿਆ। ਮੈਂ ਘਰ ਚਲੀ ਆਈ ਤੇ ਕਿਸੇ ਨੂੰ ਵੀ ਇਸ ਬਾਰੇ ਕੁਝ ਨਹੀਂ ਦੱਸਿਆ। ਘਰ ਆਉਂਦੇ ਹੀ ਮੈਂ ਰਿੰਪੀ ਕੋਲ ਗਈ ਤੇ ਉਸ ਨੂੰ ਕਿਹਾ ਕਿ ਕੀ ਤੂੰ ਜਾਣਦੀ ਹੈ ਕਿ ਮੇਰੇ ਨਾਲ ਕੌਣ ਗਲਤ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਮੈਨੂੰ ਲੱਗਿਆ ਕਿ ਉਹ ਮੇਰੀ ਸੱਸ ਜਾਂ ਜਠਾਣੀ ਦਾ ਨਾਮ ਲਵੇਗੀ, ਪਰ ਉਸਨੇ ਜਿਸ ਦਾ ਨਾਮ ਲਿਆ ਉਹ ਸੁਣ ਕੇ ਮੇਰੇ ਤੋਂ ਜਿਵੇਂ ਪਹਾੜ ਡਿੱਗ ਪਿਆ ਹੋਵੇ। ਮੈਂ ਉਸ ਨੂੰ ਪਿੱਛੇ ਵੱਲ ਧੱਕਾ ਦੇ ਦਿੱਤਾ। ਮੈਨੂੰ ਉਸ ਦੀ ਗੱਲ ਤੇ ਯਕੀਨ ਨਹੀਂ ਹੋ ਰਿਹਾ ਸੀ। ਉਹ ਕਹਿਣ ਲੱਗੀ ਕਿ ਤੁਹਾਡਾ ਪਤੀ ਹੀ ਤੁਹਾਡੇ ਤੇ ਜ਼ੁਲਮ ਕਰਦਾ ਆ। ਮੈਂ ਉਸ ਨੂੰ ਕਿਹਾ ਕਿ ਮੇਰਾ ਪਤੀ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ। ਉਹ ਮੇਰੀ ਬਹੁਤ ਜ਼ਿਆਦਾ ਦੇਖਭਾਲ ਕਰਦਾ ਆ। ਉਹ ਰਾਤ ਨੂੰ ਉਦੋਂ ਤੱਕ ਨਹੀਂ ਸੌਂਦੇ ਜਦੋਂ ਤੱਕ ਮੈਂ ਸੌਂ ਨਾ ਜਾਵਾਂ। ਰਿੰਪੀ ਮੈਨੂੰ ਕੁਝ ਕਹਿਣ ਹੀ ਵਾਲੀ ਸੀ ਕਿ ਮੈਂ ਗੁੱਸੇ ਵਿੱਚ ਉੱਠ ਕੇ ਆਪਣੇ ਕਮਰੇ ਵਿੱਚ ਚਲੀ ਗਈ। ਮੈਂ ਉਸ ਦੀ ਗੱਲ ਤੇ ਬਿਲਕੁਲ ਵੀ ਭਰੋਸਾ ਨਹੀਂ ਕਰ ਸਕਦੀ ਸੀ। ਮੇਰਾ ਪਤੀ ਮੇਰੇ ਨਾਲ ਅਜਿਹਾ ਕਿਵੇਂ ਕਰ ਸਕਦਾ ਸੀ? ਉਹ ਤਾਂ ਇੰਨਾ ਖੁਸ਼ ਸੀ, ਮੇਰੀ ਇੰਨੀ ਦੇਖਭਾਲ ਕਰਦਾ ਸੀ, ਮੈਨੂੰ ਇੰਨਾ ਪਿਆਰ ਕਰਦਾ ਸੀ। ਮੈਂ ਰਿੰਪੀ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਪਰ ਇੱਕ ਦਿਨ ਫਿਰ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਸੱਚ ਕਹਿ ਰਹੀ ਹਾਂ, ਉਹ ਨਾਟਕ ਕਰ ਰਹੇ ਆ, ਉਸ ਨੂੰ ਇਹ ਬੱਚਾ ਹੀ ਨਹੀਂ ਚਾਹੀਦਾ। ਮੈਂ ਉਹਨਾਂ ਨੂੰ ਫੋਨ ਤੇ ਗੱਲ ਕਰਦੇ ਹੋਏ ਸੁਣਿਆ ਸੀ। ਮੇਰੀ ਗੱਲ ਤੇ ਯਕੀਨ ਕਰੋ, ਮੈਂ ਝੂਠ ਨਹੀਂ ਬੋਲ ਰਹੀ। ਤੁਹਾਨੂੰ ਝੂਠ ਬੋਲ ਕੇ ਮੈਨੂੰ ਕੀ ਮਿਲੇਗਾ? ਮੈਂ ਤੁਹਾਡੇ ਭਲੇ ਲਈ ਹੀ ਕਹਿ ਰਹੀ ਹਾਂ। ਮੈਂ ਵੀ ਦਿਲ ਵਿੱਚ ਸੋਚਿਆ ਕਿ ਇਸ ਨੂੰ ਮੇਰੇ ਪਤੀ ਦੇ ਬਾਰੇ ਝੂਠ ਬੋਲ ਕੇ ਕੀ ਮਿਲੇਗਾ? ਸਾਡੀ ਲੜਾਈ ਵਿੱਚ ਇਸ ਦਾ ਕੀ ਫਾਇਦਾ? ਮੈਂ ਉਸ ਨੂੰ ਕਿਹਾ ਠੀਕ ਹੈ, ਮੈਂ ਆਪਣੇ ਪਤੀ ਤੇ ਨਜ਼ਰ ਰੱਖਾਂਗੀ। ਹੁਣ ਮੈਂ ਸੰਦੀਪ ਦੀ ਹਰ ਹਰਕਤ ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ। ਪਰ ਮੈਨੂੰ ਕੁਝ ਅਜਿਹਾ ਨਹੀਂ ਲੱਗਿਆ ਜਿਸ ਕਰਕੇ ਮੈਂ ਉਹਨਾਂ ਤੇ ਸ਼ੱਕ ਕਰਦੀ। ਉਹ ਉਸੇ ਤਰ੍ਹਾਂ ਮੇਰੀ ਦੇਖਭਾਲ ਕਰਦੇ, ਰੋਜ਼ ਕੁਝ ਖਾਣ ਨੂੰ ਲੈ ਕੇ ਆਉਂਦੇ। ਉਹ ਬੱਚੇ ਲਈ ਵੀ ਪਹਿਲਾਂ ਹੀ ਸ਼ਾਪਿੰਗ ਕਰਨ ਲੱਗੇ। ਸਭ ਕੁਝ ਤਾਂ ਠੀਕ ਸੀ। ਮੈਂ ਰਿੰਪੀ ਨੂੰ ਸਖਤੀ ਨਾਲ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਸੰਦੀਪ ਦੇ ਖਿਲਾਫ ਕੋਈ ਗੱਲ ਨਾ ਕਰੀ, ਪਰ ਉਹ ਆਪਣੀ ਗੱਲ ਤੇ ਕਾਇਮ ਸੀ। ਉਹ ਕਹਿਣ ਲੱਗੀ ਕਿ ਬਸ ਇੱਕ ਕੰਮ ਕਰਨਾ ਕਿ ਅੱਜ ਰਾਤ ਨੂੰ ਤੁਸੀਂ ਸੌਣ ਦਾ ਨਾਟਕ ਕਰਿਓ, ਸਾਰਾ ਸੱਚ ਤੁਹਾਨੂੰ ਪਤਾ ਲੱਗ ਜਾਵੇਗਾ। ਮੈਂ ਰਾਤ ਨੂੰ ਅਜਿਹਾ ਹੀ ਕੀਤਾ। ਮੈਂ ਅੱਖਾਂ ਬੰਦ ਕਰ ਲਈਆਂ ਤਾਂ ਕਿ ਸੰਦੀਪ ਨੂੰ ਲੱਗੇ ਕਿ ਮੈਂ ਗੂੜੀ ਨੀਂਦ ਸੌਂ ਗਈ ਹਾਂ। ਕੁਝ ਦੇਰ ਬਾਅਦ ਮੇਰਾ ਪਤੀ ਮੇਰੇ ਪਾਣੀ ਵਿੱਚ ਜੋ ਮੈਂ ਰਾਤ ਨੂੰ ਪੀਂਦੀ ਸੀ ਕੋਈ ਦਵਾਈ ਮਿਲਾ ਰਿਹਾ ਸੀ। ਅਚਾਨਕ ਉਹਨਾਂ ਨੂੰ ਕਿਸੇ ਦਾ ਫੋਨ ਆਇਆ ਤੇ ਕਹਿਣ ਲੱਗੇ ਕਿ ਤੂੰ ਕੱਲ 10 ਵਜੇ ਪਹੁੰਚ ਜਾਣਾ, ਮੈਂ ਵੀ ਸਮੇਂ ਤੇ ਆ ਜਾਵਾਂਗਾ। ਜਦੋਂ ਸੰਦੀਪ ਸੌਂ ਗਿਆ ਤਾਂ ਮੈਂ ਡਸਟਬਿਨ ਤੋਂ ਦਵਾਈ ਚੁੱਕ ਕੇ ਵੇਖੀ ਤਾਂ ਮੇਰੇ ਅੱਖਾਂ ਅੱਗੇ ਹਨੇਰਾ ਛਾ ਗਿਆ। ਮਤਲਬ ਕਿ ਰਿੰਪੀ ਸੱਚ ਕਹਿ ਰਹੀ ਸੀ, ਮੇਰਾ ਪਤੀ ਮੈਨੂੰ ਧੋਖਾ ਦੇ ਰਿਹਾ ਹੈ। ਉਹ ਅਜਿਹੀ ਦਵਾਈ ਸੀ ਕਿ ਜਿਸ ਦੇ ਰੋਜ਼ਾਨਾ ਇਸਤੇਮਾਲ ਨਾਲ ਮੈਂ ਆਪਣਾ ਬੱਚਾ ਖੋ ਸਕਦੀ ਸੀ। ਮੈਂ ਸਾਰੀ ਰਾਤ ਇਹੀ ਸੋਚਦੀ ਰਹੀ ਕਿ ਸੰਦੀਪ ਦੀ ਜ਼ਿੰਦਗੀ ਵਿੱਚ ਕੋਈ ਹੋਰ ਔਰਤ ਹੈ ਜੋ ਮੇਰੇ ਨਾਲ ਅਜਿਹਾ ਕਰ ਰਿਹਾ ਹੈ। ਮੈਂ ਸੋਚ ਲਿਆ ਕਿ ਸਵੇਰੇ ਮੈਂ ਸੰਦੀਪ ਦਾ ਪਿੱਛਾ ਕਰਕੇ ਪਤਾ ਕਰਾਂਗੀ ਕਿ ਉਹ ਕਿਸ ਨੂੰ ਮਿਲਣ ਜਾ ਰਿਹਾ ਹੈ। ਉਸ ਸਵੇਰੇ ਇੱਕ ਰੈਸਟੋਰੈਂਟ ਵਿੱਚ ਗਏ ਜਿੱਥੇ ਇੱਕ ਕੁੜੀ ਪਹਿਲਾਂ ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ। ਮੇਰਾ ਪਤੀ ਉਸ ਕੋਲ ਪਹੁੰਚਿਆ। ਮੇਰਾ ਦਿਲ ਟੁੱਟ ਗਿਆ ਕਿ ਮੇਰਾ ਪਤੀ ਇੱਕ ਧੋਖੇਬਾਜ਼ ਆਦਮੀ ਸੀ। ਮੈਂ ਦੋਨਾਂ ਕੋਲ ਪਹੁੰਚੀ ਤਾਂ ਉਹਨਾਂ ਦੇ ਚਿਹਰੇ ਦਾ ਰੰਗ ਉੱਡ ਗਿਆ। ਸੰਦੀਪ ਮੈਨੂੰ ਕਹਿਣ ਲੱਗੇ ਕਿ ਤੂੰ ਇੱਥੇ। ਮੈਂ ਸੰਦੀਪ ਦੀ ਗੱਲ ਨਾ ਸੁਣ ਕੇ ਉਸ ਕੁੜੀ ਨੂੰ ਕਿਹਾ ਕਿ ਕੀ ਤੈਨੂੰ ਪਤਾ ਹੈ ਕਿ ਇਹ ਆਦਮੀ ਸ਼ਾਦੀशुदा ਆ? ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ। ਮੈਂ ਉਸ ਨੂੰ ਕਿਹਾ ਕਿ ਤੈਨੂੰ ਮੇਰੇ ਪਤੀ ਨਾਲ ਚੱਕਰ ਚਲਾਉਂਦੇ ਸ਼ਰਮ ਨਹੀਂ ਆਈ? ਮੇਰਾ ਪਤੀ ਘਬਰਾ ਗਿਆ। ਮੈਨੂੰ ਕਹਿਣ ਲੱਗਿਆ ਕਿ ਤੂੰ ਗਲਤ ਸਮਝ ਰਹੀ ਆ। ਮੈਂ ਉਸ ਦੀ ਗੱਲ ਨਹੀਂ ਸੁਣੀ ਤੇ ਰੋਂਦੇ ਹੋਏ ਸਿੱਧਾ ਆਪਣੇ ਪੇਕੇ ਚਲੀ ਗਈ, ਇਸ ਉਮੀਦ ਨਾਲ ਕਿ ਸੰਦੀਪ ਮੈਥੋਂ ਮਾਫੀ ਮੰਗਣ ਜ਼ਰੂਰ ਆਵੇਗਾ। ਪਰ 2 ਹਫ਼ਤੇ ਹੋ ਗਏ ਸਨ, ਕਿਸੇ ਦੀ ਕੋਈ ਖਬਰ ਨਹੀਂ ਸੀ। ਮੈਂ ਵੀ ਗੁੱਸੇ ਵਿੱਚ ਕੋਈ ਫੋਨ ਨਹੀਂ ਕੀਤਾ। ਪਰ ਮੈਨੂੰ ਇੱਕ ਗੱਲ ਸਮਝ ਨਹੀਂ ਆ ਰਹੀ ਸੀ ਕਿ ਗਲਤੀ ਹੋਣ ਦੇ ਬਾਵਜੂਦ ਵੀ ਸੰਦੀਪ ਨੇ ਮੈਥੋਂ ਮਾਫੀ ਕਿਉਂ ਨਹੀਂ ਮੰਗੀ। ਇੱਕ ਦਿਨ ਮੈਂ ਡਾਕਟਰ ਕੋਲ ਚੈੱਕਅਪ ਕਰਨ ਲਈ ਜਾਣਾ ਸੀ, ਪਰ ਫਿਰ ਖਿਆਲ ਆਇਆ ਕਿ ਮੇਰੀ ਪ੍ਰੈਗਨੈਂਸੀ ਦੀ ਫਾਈਲ ਤਾਂ ਸਹੁਰੇ ਹੀ ਆ। ਮੈਂ ਆਪਣੇ ਸਹੁਰੇ ਫਾਈਲ ਲੈਣ ਲਈ ਪਹੁੰਚੀ। ਘਰ ਵਿੱਚ ਕੋਈ ਨਹੀਂ ਸੀ, ਸਭ ਪਾਸੇ ਖਾਮੋਸ਼ੀ ਸੀ। ਮੈਂ ਜਾ ਕੇ ਜਿਵੇਂ ਹੀ ਆਪਣੇ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ। ਮੇਰੇ ਪਤੀ ਨੇ ਰਿੰਪੀ ਦੇ ਹੱਥ ਫੜੇ ਹੋਏ ਸਨ ਤੇ ਕਹਿ ਰਹੇ ਸਨ ਕਿ ਮੈਂ ਰਮਨ ਨੂੰ ਤਲਾਕ ਦੇ ਕੇ ਤੇਰੇ ਨਾਲ ਵਿਆਹ ਕਰਵਾ ਲਵਾਂਗਾ। ਮੈਂ ਕਿਹਾ ਵਾਹ,
ਮੇਰੀ ਪਿੱਠ ਪਿੱਛੇ ਇਹ ਸਭ ਚੱਲ ਰਿਹਾ ਆ। ਆਪਣੇ ਪਤੀ ਤੋਂ ਜ਼ਿਆਦਾ ਹੈਰਾਨੀ ਮੈਨੂੰ ਰਿੰਪੀ ਤੇ ਹੋ ਰਹੀ ਸੀ ਕਿ ਮੇਰੀ ਪਿੱਠ ਪਿੱਛੇ ਉਹ ਮੇਰੇ ਪਤੀ ਨਾਲ ਇਹ ਸਭ ਕਰ ਰਹੀ ਸੀ। ਮੈਨੂੰ ਵੇਖ ਕੇ ਉਹ ਘਬਰਾ ਗਈ ਤੇ ਭੱਜ ਕੇ ਕਮਰੇ ਵਿੱਚੋਂ ਬਾਹਰ ਜਾਣ ਲੱਗੀ। ਮੈਂ ਉਸ ਨੂੰ ਬਾਂਹ ਫੜ ਕੇ ਰੋਕ ਲਿਆ ਤੇ ਕਿਹਾ ਕਿ ਸੱਚ ਦੱਸੇ ਬਿਨਾਂ ਤੂੰ ਕਿਤੇ ਨਹੀਂ ਜਾ ਸਕਦੀ। ਸਾਰਾ ਖੇਲ ਤਾਂ ਤੂੰ ਹੀ ਸ਼ੁਰੂ ਕੀਤਾ ਆ। ਘਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ। ਮੈਂ ਕਿਹਾ ਕਿ ਤੂੰ ਮੇਰੇ ਪਤੀ ਦੇ ਕਮਰੇ ਵਿੱਚ ਕੀ ਕਰ ਰਹੀ ਸੀ? ਤਾਂ ਉਹ ਕਹਿਣ ਲੱਗੀ ਕਿ ਇਹ ਤੇਰਾ ਪਤੀ ਸੀ, ਪਰ ਹੁਣ ਨਹੀਂ ਰਹੇਗਾ ਕਿਉਂਕਿ ਇਹ ਤੈਨੂੰ ਤਲਾਕ ਦੇ ਕੇ ਮੇਰੇ ਨਾਲ ਵਿਆਹ ਕਰੇਗਾ। ਮੈਂ ਉਸ ਨੂੰ ਪੁੱਛਿਆ ਕਿ ਤੂੰ ਮੇਰਾ ਘਰ ਕਿਉਂ ਖਰਾਬ ਕੀਤਾ? ਤਾਂ ਮੇਰਾ ਪਤੀ ਬੋਲਿਆ ਕਿ ਤੇਰਾ ਘਰ ਰਿੰਪੀ ਕਰਕੇ ਨਹੀਂ, ਸਗੋਂ ਤੇਰੇ ਆਪਣੇ ਆਸ਼ਿਕ ਕਰਕੇ ਖਰਾਬ ਹੋਇਆ ਆ, ਜੋ ਤੈਨੂੰ ਇੱਕ ਦਿਨ ਇੱਥੇ ਛੱਡ ਕੇ ਗਿਆ ਸੀ। ਮੈਂ ਹੈਰਾਨ ਰਹਿ ਗਈ ਕਿ ਸੰਦੀਪ ਅਜਿਹਾ ਕਿਵੇਂ ਸੋਚ ਸਕਦਾ ਆ। ਉਹ ਤਾਂ ਸਿਰਫ ਮੇਰੇ ਭਰਾ ਦਾ ਦੋਸਤ ਸੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਜਿਸ ਨਾਲ ਮੇਰਾ ਨਾਮ ਜੋੜ ਰਹੇ ਹੋ ਨਾ, ਉਹ ਤਾਂ ਮੇਰੇ ਭਰਾਵਾਂ ਵਰਗਾ ਆ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਹਾਨੂੰ ਇਹ ਕਿਸ ਨੇ ਕਿਹਾ? ਤਾਂ ਉਹਨਾਂ ਨੇ ਰਿੰਪੀ ਦਾ ਨਾਮ ਲਿਆ। ਹੁਣ ਮੈਨੂੰ ਸਭ ਸਮਝ ਆ ਗਿਆ ਸੀ ਕਿ ਰਿੰਪੀ ਹੀ ਮੇਰੇ ਤੇ ਮੇਰੇ ਪਤੀ ਨੂੰ ਭੜਕਾ ਰਹੀ ਹੈ। ਮੈਂ ਸੰਦੀਪ ਨੂੰ ਕਿਹਾ ਕਿ ਮੈਂ ਇਸ ਦੇ ਕਹਿਣ ਤੇ ਹੀ ਤੁਹਾਡੇ ਤੇ ਸ਼ੱਕ ਕੀਤਾ। ਮੈਂ ਸੰਦੀਪ ਨੂੰ ਸਾਰੀ ਗੱਲ ਦੱਸੀ। ਮੇਰੀ ਸੱਸ ਨੇ ਅੱਗੇ ਵੱਧ ਕੇ ਰਿੰਪੀ ਦੇ ਥੱਪੜ ਜੜ ਦਿੱਤਾ ਤੇ ਕਿਹਾ ਕਿ ਚੁੱਪ ਕਿਉਂ ਖੜੀ ਆਂ? ਦੱਸ ਇਹ ਸਭ ਕੁਝ ਕਿਉਂ ਕੀਤਾ? ਰਿੰਪੀ ਕਹਿਣ ਲੱਗੀ ਕਿ ਇਹ ਸਭ ਮੈਂ ਹੀ ਕੀਤਾ ਆ ਕਿਉਂਕਿ ਮੈਂ ਸੰਦੀਪ ਨੂੰ ਪਸੰਦ ਕਰਦੀ ਆਂ। ਇਸ ਘਰ ਵਿੱਚ ਸਿਰਫ ਉਹੀ ਮੇਰੇ ਨਾਲ ਚੰਗਾ ਸਲੂਕ ਕਰਦਾ ਸੀ, ਬਾਕੀ ਸਭ ਤਾਂ ਮੈਨੂੰ ਕੋਈ ਅਹਿਮੀਅਤ ਹੀ ਨਹੀਂ ਦਿੰਦੇ। ਮੇਰਾ ਪਤੀ ਵੀ ਮੈਨੂੰ ਕੁਝ ਨਹੀਂ ਸਮਝਦਾ। ਇਸ ਤੋਂ ਪਹਿਲਾਂ ਕਿ ਮੈਂ ਸੰਦੀਪ ਨੂੰ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੀ, ਉਸ ਦਾ ਵਿਆਹ ਰਮਨ ਨਾਲ ਕਰ ਦਿੱਤਾ ਗਿਆ। ਇਸ ਲਈ ਮੈਂ ਪਹਿਲਾਂ ਰਮਨ ਦਾ ਵਿਸ਼ਵਾਸ ਜਿੱਤਿਆ, ਦੂਜੇ ਪਾਸੇ ਹੀ ਸੰਦੀਪ ਨੂੰ ਰਮਨ ਦੇ ਖਿਲਾਫ ਭੜਕਾਇਆ। ਪਰ ਰਮਨ ਦੀ ਪ੍ਰੈਗਨੈਂਸੀ ਕਰਕੇ ਸੰਦੀਪ ਸਭ ਭੁੱਲ ਗਿਆ ਸੀ। ਇਸ ਲਈ ਮੈਂ ਸੋਚਿਆ ਕਿ ਰਮਨ ਨੂੰ ਸੰਦੀਪ ਦੇ ਖਿਲਾਫ ਕਰ ਦਿੰਦੀ ਹਾਂ। ਹਾਂ, ਮੈਂ ਇਸ ਦੇ ਬੱਚੇ ਨੂੰ ਮਾਰਨ ਲਈ ਖਾਣੇ ਵਿੱਚ ਮਿਲਾ ਕੇ ਦਵਾਈ ਦਿੰਦੀ ਸੀ, ਪਰ ਇਹ ਬਚ ਗਈ। ਫਿਰ ਮੈਂ ਸੰਦੀਪ ਨੂੰ ਦਵਾਈ ਦਿੱਤੀ ਕਿ ਡਾਕਟਰ ਨੇ ਰਮਨ ਦੇ ਪਾਣੀ ਵਿੱਚ ਮਿਲਾਉਣ ਲਈ ਕਿਹਾ ਆ। ਤੇ ਅਗਲੇ ਦਿਨ ਸੰਦੀਪ ਮੇਰੀ ਸਹੇਲੀ ਨੂੰ ਮਿਲਣ ਗਿਆ ਸੀ, ਜਿਸ ਨੂੰ ਨੌਕਰੀ ਦੀ ਲੋੜ ਸੀ। ਰਮਨ ਦੇ ਦਿਲ ਵਿੱਚ ਮੈਂ ਸ਼ੱਕ ਦਾ ਬੀਜ ਦਿੱਤਾ ਸੀ। ਉਸਨੇ ਸਭ ਕੁਝ ਉਸ ਤਰ੍ਹਾਂ ਹੀ ਸਮਝਿਆ ਜਿਵੇਂ ਮੈਂ ਚਾਹੁੰਦੀ ਸੀ। ਮੇਰਾ ਪਲਾਨ ਕਾਮਯਾਬ ਹੋਇਆ। ਉਹ ਘਰ ਛੱਡ ਕੇ ਚਲੀ ਗਈ। ਇੱਧਰ ਮੈਂ ਸੰਦੀਪ ਨੂੰ ਕਿਹਾ ਕਿ ਰਮਨ ਉਸ ਮੁੰਡੇ ਨਾਲ ਵਿਆਹ ਕਰਨਾ ਚਾਹੁੰਦੀ ਆ। ਮੈਂ ਪੂਰੀ ਕੋਸ਼ਿਸ਼ ਕਰਦੀ ਕਿ ਇਹ ਦੋਨੋਂ ਇੱਕ ਦੂਜੇ ਨਾਲ ਗੱਲ ਨਾ ਕਰਨ। ਮੈਂ ਪੂਰੀ ਤਰ੍ਹਾਂ ਕਾਮਯਾਬ ਵੀ ਹੋ ਗਈ ਸੀ। ਮੈਂ ਹੌਲੀ-ਹੌਲੀ ਸੰਦੀਪ ਦੇ ਦਿਲ ਵਿੱਚ ਜਗ੍ਹਾ ਬਣਾਉਣੀ ਸ਼ੁਰੂ ਕਰ ਦਿੱਤੀ। ਮੈਂ ਤਾਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ ਸੀ ਕਿ ਉਸ ਦੇ ਦਿਲ ਵਿੱਚ ਕਿੰਨੀ ਨਫ਼ਰਤ ਭਰੀ ਸੀ। ਉਹ ਕਿਸ ਹੱਦ ਤੱਕ ਪਹੁੰਚ ਗਈ। ਉਸ ਦੀ ਸੋਚ ਇੰਨੀ ਖਤਰਨਾਕ ਹੋ ਗਈ ਸੀ। ਖੈਰ, ਸੰਦੀਪ ਨੇ ਮੈਥੋਂ ਸਭ ਦੇ ਸਾਹਮਣੇ ਮਾਫੀ ਮੰਗੀ। ਮੈਂ ਵੀ ਸੰਦੀਪ ਤੋਂ ਮਾਫੀ ਮੰਗੀ। ਹੁਣ ਸਾਡੇ ਵਿੱਚ ਸਭ ਠੀਕ ਹੋ ਗਿਆ ਸੀ। ਮੈਂ ਰਿੰਪੀ ਨਾਲ ਕੋਈ ਵਾਸਤਾ ਨਹੀਂ ਰੱਖਿਆ, ਹਮੇਸ਼ਾ ਧਿਆਨ ਰੱਖਦੀ ਕਿ ਉਹ ਮੈਨੂੰ ਕੋਈ ਨੁਕਸਾਨ ਨਾ ਪਹੁੰਚਾਵੇ। ਪਰ ਕੁਝ ਦਿਨਾਂ ਬਾਅਦ ਉਹ ਆਪ ਹੀ ਘਰ ਛੱਡ ਕੇ ਚਲੀ ਗਈ। ਪਤਾ ਨਹੀਂ ਉਹ ਕਿੱਥੇ ਗਈ, ਪਰ ਮੈਂ ਖੁਸ਼ ਸੀ ਕਿ ਉਸ ਦਾ ਸਾਇਆ ਮੇਰੀ ਜ਼ਿੰਦਗੀ ਤੋਂ ਟਲ ਗਿਆ ਸੀ। ਮੈਂ ਇੱਕ ਬੇਟੀ ਨੂੰ ਜਨਮ ਦਿੱਤਾ, ਆਪਣੀ ਜ਼ਿੰਦਗੀ ਵਿੱਚ ਖੁਸ਼ ਸੀ।